ਤਬ ਬੁੱਢੇ ਕਰ ਜੋਰ ਬਖਾਨਾ। ਉਹ ਸਮੇਂ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਤਪੁਰਖਾਂ ਨੇ ਹੱਥ ਜੋੜੇ ਜੋਗੀ ਦੇ ਸਨਮੁਖ ਤੇ ਬੋਲੇ ਆ ਸੋਢ ਬੰਸ ਸਭ ਸਿੰਧ ਸਮਾਨਾ। ਕਿ ਹੇ ਰਿਸ਼ੀ ਜੀ, ਹੇ ਮਨੀਸ਼ਵਰ, ਇਹ ਸੋਢੀ ਵੰਸ਼ ਸ੍ਰੇਸ਼ਟ ਸਿੰਧ ਕਈਏ ਸਮੁੰਦਰ ਵਰਗਾ ਹੈ। ਸੋਢੀਆਂ ਦੀ ਵੰਸ਼ ਕੁਲ ਸ੍ਰੇਸ਼ਟ ਸਮੁੰਦਰ ਵਰਗੀ ਹੈ। ਸ਼੍ਰੀ ਗੁਰੂ ਰਾਮਦਾਸ ਸੁਖ ਰਾਸ। ਤੇ ਉਸ ਸੋਢੀਆਂ ਦੀ ਸਮੁੰਦਰਵਤ ਕੁਲ ਦੇ ਵਿੱਚ ਸੱਚੇ ਪਾਤਸ਼ਾਹ ਸੁਭਾਏਮਾਨ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਹੋਏ ਆ, ਜਿਹੜੇ ਸੁਖਾਂ ਦੇ ਖਜ਼ਾਨੇ ਹਨ। ਉਪਜੇ ਚੰਦ ਸੋ ਜਸ ਪ੍ਰਕਾਸ਼। ਉਹ ਇਸ ਤਰ੍ਹਾਂ ਪੈਦਾ ਹੋਏ ਜਿਵੇਂ ਸਮੁੰਦਰ ਦੇ ਵਿੱਚੋਂ ਮੰਧਿਆਚਲ ਪਰਬਤ ਦੇ ਨਾਲ ਰਿੜਕਣ ਕਰਕੇ ਜਦੋਂ ਚੰਦਰਮਾ ਨਿਕਲਿਆ 14 ਰਤਨਾਂ ਚੋਂ, ਜਿਵੇਂ ਦੂਜ ਦਾ ਚੰਦਰਮਾ ਸਮੁੰਦਰ ਚੋਂ ਪ੍ਰਗਟ ਹੋਇਆ, ਇਸ ਤਰ੍ਹਾਂ ਇਹ ਜੋਗੀ ਜੀ ਸੋਢੀਆਂ ਦੀ ਕੁਲ ਵਿੱਚ ਚੰਦਰਮਾ ਦੇ ਸਜਸ ਸ੍ਰੇਸ਼ਟ ਜਸ ਵਾਲੇ ਜਾਨੀ ਜਾਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਗਟ ਹੋਏ ਸਨ। ਤਿਨ ਕੇ ਸੁਤ ਬੁੱਧ ਸਮ ਬੁੱਧਵਾਨ। ਤੇ ਉਹਨਾਂ ਦੇ ਇਹ ਸਾਹਿਬਜ਼ਾਦੇ ਹੈ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਸਮਾਨ ਹੀ ਜਿਹੜਾ ਹੈ ਉਹ ਗਿਆਨਵਾਨ ਹਨ। ਉਹ ਭਾਵ ਸਤਿਗੁਰਾਂ ਦੇ ਸਮਾਨ ਹੀ ਇਹ ਬੜੇ ਗਿਆਨਵਾਨ ਪੁਰਖ ਹਨ, ਆਪਣੇ ਪਿਤਾ ਵਾਂਗਰ ਹੀ। ਧਰਮ ਆਤਮਾ ਗੁਣ ਗਨ ਖਾਨ। ਤੇ ਗੁਣਾਂ ਦੀ ਸਮੂਹ ਗੁਣਾਂ ਦੀ ਇਹ ਖਾਨ ਹਨ। ਤੇ ਬਹੁਤ ਧਰਮਾਤਮਾ ਧਰਮ ਦੀ ਆਤਮਾ ਹੈ, ਸਵੈਮ ਹੀ ਧਰਮ ਦਾ ਥੰਮ ਹਨ, ਧਰਮਾਤਮਾ ਹਨ। ਪਾਪ ਸਮੁੰਦਰ ਵਿਖੇ ਜਗ ਸਾਰਾ। ਤੇ ਜਿਹੜਾ ਸੰਸਾਰ ਹੈ ਨਾ, ਇਹ ਪਾਪ ਰੂਪੀ ਸਮੁੰਦਰ ਦੇ ਵਿੱਚ ਸਾਰਾ ਹੀ। ਸਮ ਜਹਾਜ ਪਾ ਡੂਬਣ ਹਾਰਾ। ਤੇ ਇਉਂ ਵੀ ਜਿਵੇਂ ਜਹਾਜ਼ ਡੁੱਬਦਾ ਹੈ ਨਾ ਸਮੁੰਦਰ ਦੇ ਵਿੱਚ, ਕੋਈ ਸਮਾਂ ਸੀ ਜੋਗੀ ਜੀ ਵੀ ਜਿਹੜਾ ਸਾਰਾ ਸੰਸਾਰ ਹੈ ਨਾ, ਜਿਵੇਂ ਜਹਾਜ਼ ਸਮੁੰਦਰ 'ਚ ਡੁੱਬਦਾ ਹੈ, ਡੁੱਬਣ ਹੀ ਵਾਲਾ ਸੀ। ਸਭ ਸੰਸਾਰ ਡਾਵਾਂ ਡੋਲ ਸੀ, ਡੁੱਬ ਰਿਹਾ ਸੀ। ਭਏ ਦੀਪ ਸਮ ਨਰ ਧਨ ਧਰਿਓ। ਤੇ ਉਹ ਸਮੇਂ ਜਦੋਂ ਸੰਸਾਰ ਡੁੱਬਣ ਵਾਲਾ ਸੀ, ਤਾਂ ਉਹ ਸਮੇਂ ਧੰਨ ਸੱਚੇ ਪਾਤਸ਼ਾਹ ਜੀ ਦੀਪ ਸਮ ਹੋਏ ਹੈ। ਭਾਵ ਕਿ ਜਿਵੇਂ ਉਹ ਕੋਈ ਟਾਪੂ ਮਿਲ ਜਾਵੇ ਜਿਹਦੇ ਤੇ ਜਹਾਜ਼ ਚੜ੍ਹ ਜਾਵੇ, ਫਿਰ ਉਹ ਡੁੱਬਦਾ ਨਹੀਂ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਸਨ। ਭਵ ਸਗਰੇ ਜਿਨ ਚੰਦਨ ਕਰਿਓ। ਜਿਨ੍ਹਾਂ ਨੇ ਭਾਵ ਸਾਰੇ ਸੰਸਾਰ ਵਿੱਚ ਚਾਂਦਣ ਕਰਿਓ, ਚਾਨਣ ਕਰ ਦਿੱਤਾ। ਦੀਵੇ ਵਰਗੇ ਸੱਚੇ ਪਾਤਸ਼ਾਹ ਜੀ ਹੋਏ, ਜਾਂ ਚੰਦਰਮਾ ਵੱਤ ਕਹੋ, ਜਿਨ੍ਹਾਂ ਸਾਰੇ ਸੰਸਾਰ ਦੇ ਹਨੇਰੇ ਨੂੰ ਦੂਰ ਕੀਤਾ। ਚੰਦਰਮਾ ਜਿਵੇਂ ਰਾਤ ਚੜ੍ਹ ਆਵੇ, ਪੁੰਨਿਆਂ ਦਾ ਚੰਦ ਸਾਰੇ ਸੰਸਾਰ ਨੂੰ ਰੁਸ਼ਨਾਉਂਦਾ ਹੈ, ਇਸ ਤਰ੍ਹਾਂ ਸਤਿਗੁਰਾਂ ਨੇ ਸਭ ਪਾਪਾਂ ਦਾ ਹਨੇਰਾ ਦੂਰ ਕੀਤਾ ਤੇ ਇਸ ਸੰਸਾਰ ਨੂੰ ਚੰਦਰਮਾ ਵਾਂਗ ਰੁਸ਼ਨਾ ਦਿੱਤਾ ਹੀ। ਸ੍ਰੀ ਗੁਰੂ ਨਾਨਕ ਨਾਮ ਅਨੂਪਾ। ਉਹਨਾਂ ਦਾ ਨਾਮ ਸੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਅਨੂਪਮ ਸਨ, ਜਿਨ੍ਹਾਂ ਦੀ ਸ਼ੋਭਾ ਇੱਕ ਜੀਵ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸਰਬ ਜੋਤ ਕੀ ਜੋਤ ਸਰੂਪਾ। ਉਹ ਸੱਚੇ ਪਾਤਸ਼ਾਹ ਸਾਰੀਆਂ ਜੋਤੀਆਂ ਦੇ ਜੋਤੀ ਸਨ। ਭਾਵ 6 ਖਟ ਜੋਤੀ ਮੰਨੇ ਗਏ ਹੈ, ਸੂਰਜ ਹੈ, ਚੰਦ ਹੈ, ਤੀਜੇ ਤਾਰੇ ਹੈ, ਤੋ ਚੌਥੀ ਸਾਧ ਸੰਗ ਜੀ ਆਤਮਾ ਮੰਨੀ ਹੋਈ ਹੈ, ਪੰਜਵੀਂ ਬੁੱਧ ਮੰਨੀ ਹੋਈ ਹੈ। ਤੋ ਇਸ ਤੋਂ ਇੱਕ ਪਰਮੇਸ਼ਰ ਜੋਤ, ਭਾਵ ਉਹ ਸਾਰੀਆਂ ਖਟ ਜੋਤੀਆਂ ਜਿਹੜੀਆਂ, ਅਗਨੀ ਜੋਤ ਹੈ ਛੇਵੀਂ, ਇਹਨਾਂ ਸਾਰੀਆਂ ਜੋਤਾਂ ਨੂੰ ਜਗਾਉਣ ਵਾਲਾ ਉਹ ਪਰਮੇਸ਼ਰ ਜੋ ਹੈ, ਉਹਦਾ ਸਾਖਿਆਤ ਰੂਪ ਹੋਏ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਸਤਿਨਾਮ ਸਿੱਖਨ ਉਪਦੇਸ਼ਾ। ਤੇ ਜਿਨ੍ਹਾਂ ਨੇ ਸਭ ਸਿੱਖ ਸੰਗਤਾਂ ਨੂੰ ਵਾਹਿਗੁਰੂ ਦਾ ਨਾਮ, ਸੱਚੇ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਸਿੱਖਿਆ ਦਿੱਤੀ ਸੀ। ਲੱਖਾਂ ਮੁਣ ਦੀਨ ਅਕਲੇਸ਼ਾ। ਤੋ ਜਿਨ੍ਹਾਂ ਨੇ ਲੱਖਾਂ ਜਿਹੜੇ ਹੈ ਉਹ ਬੇਅੰਤ ਪ੍ਰਾਣੀਆਂ ਨੂੰ ਮੋਖ ਕਹੀਏ ਮੁਕਤੀ ਦਿੱਤੀ ਤੇ ਕਲੇਸ਼ਾਂ ਤੋਂ ਰਹਿਤ ਕਰ ਦਿੱਤੇ। ਰਾਗ ਦਵੈਸ਼, ਅਸਮਤਾ, ਅਭਿਨਵੇਸ਼ ਇਤਿਆਦਿਕ ਅਗਿਆਨ, ਇਹਨਾਂ ਸਾਰਿਆਂ ਹੀ ਕਲੇਸ਼ਾਂ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋਗੀ ਜੀ ਨਾਮ ਦੀ ਦਾਤ ਬਖਸ਼ ਕੇ ਸਾਰੇ ਸੰਸਾਰ ਨੂੰ ਮੁਕਤੀ ਬਖਸ਼ਿਸ਼ ਕੀਤੀ, ਬੇਅੰਤ ਦੀ ਕਲਿਆਣ ਕੀਤੀ। ਕੌਡੇ ਰਾਖਸ਼ ਵਰਗੇ ਤਾਰੇ, ਵਲੀ ਕੰਧਾਰੀ ਵਰਗੇ ਤਾਰੇ, ਸੱਜਣ ਵਰਗੇ ਠੱਗਾਂ ਨੂੰ ਪ੍ਰਚਾਰਕ ਬਣਾਇਆ। ਬੇਅੰਤ ਜੀਵਾਂ ਦੀ ਕਲਿਆਣ, ਜੋਗੀ ਤਾਰੇ, ਜੋਗਣੀਆਂ ਤਾਰੀਆਂ, ਸਿੱਧਾ ਦਾ ਹੰਕਾਰ ਦੂਰ ਕੀਤਾ। ਬਾਬੇ ਤਾਰੇ ਚਾਰ ਚੱਕ, 9 ਖੰਡ, ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਐਸੇ ਦੀਨਾ ਬੰਧੂ
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਹਨ, ਸਰਬ ਜਗਤ ਮਹਿ ਜਸ ਵਿਸਤਾਰਾ। ਜਿਨ੍ਹਾਂ ਦੀ ਵਡਿਆਈ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ। ਕੋਈ ਨਹੀਂ ਭੁੱਲਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਡਿਆਈ ਤੋਂ। ਪ੍ਰਿਥੀ ਡੁਲਤ ਕੋ ਪਾਰ ਨਿਵਾਰਾ। ਜਿਨ੍ਹਾਂ ਨੇ ਡੋਲਦੀ ਹੋਈ ਪ੍ਰਿਥਵੀ ਨੂੰ ਡੋਲਦੀ ਹੋਈ ਪ੍ਰਿਥਵੀ ਨੂੰ ਜਾਂ ਪਾਪਾਂ ਦੇ ਭਾਰ ਦੇ ਨਾਲ ਡੋਲਦੀ ਹੋਈ ਪ੍ਰਿਥਵੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀਆਂ ਨੇ ਅਵਤਾਰ ਧਾਰ ਕੇ ਪਾਪਾਂ ਨੂੰ ਨਿਵਰਤ ਕੀਤਾ, ਡੋਲਦੀ ਹੋਈ ਪ੍ਰਿਥਵੀ ਨੂੰ ਸਹਾਰਾ ਦਿੱਤਾ। ਸੁਣੀ ਅਰਦਾਸ ਦਾਤਾਰ ਪ੍ਰਭ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਅਰਦਾਸ ਬੇਨਤੀ ਸੁਣ ਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰਮੇਸ਼ਰ ਗੁਰੂ ਨਾਨਕ ਦੇਵ ਜੀ ਅਵਤਾਰ ਧਾਰ ਕੇ ਸੰਸਾਰ ਤੇ ਆਏ ਸਨ, ਔਰ ਸੰਸਾਰ ਜਾਂ ਇਹ ਪ੍ਰਿਥਵੀ ਸਾਰੀ ਪਾਪਾਂ ਦੇ ਭਾਰ ਨਾਲ ਵਿਆਕੁਲ ਹੋਈ ਪ੍ਰਿਥਵੀ ਨੂੰ ਪਾਪਾਂ ਤੋਂ ਮੁਕਤੀ ਦਿਵਾਈ, ਨਿਵਰਤੀ ਕੀਤੀ ਤੇ ਇਸ ਪ੍ਰਿਥਵੀ ਦਾ ਭਾਰ ਉਤਾਰਿਆ ਸੀ। ਤਿਨ ਤੇ ਲਈ ਗਰਭ ਵਡਿਆਈ। ਤੇ ਉਹਨਾਂ ਤੋਂ ਜਿਹੜੀ ਮਹਾਨ ਗੁਰਤਾ ਦੀ ਵਡਿਆਈ ਜਿਨ੍ਹਾਂ ਅੱਗੇ ਲਈ ਆ, ਗੁਰ ਅੰਗਦ ਬੈਠੇ ਗੁਰ ਆਈ। ਉਹਨਾਂ ਦਾ ਨਾਮ ਭਾਈ ਲਹਿਣਾ ਅਥਵਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੈ, ਜਿਨ੍ਹਾਂ ਨੇ ਇਹ ਵਡਿਆਈ ਸੇਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲਈ ਤੇ ਦੂਸਰੇ ਗੁਰੂ ਬਣੇ, ਗੁਰਿਆਈ ਪ੍ਰਾਪਤ ਕੀਤੀ ਸੀ। ਅਜਰ ਜਰਨ ਜਿਨ ਕੇ ਨਾ ਸਮਾਨਾ। ਜਿਹੜੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਰਗਾ ਇਹ ਜੋਗੀ ਜੀ ਸਾਰੇ ਸੰਸਾਰ ਵਿੱਚ ਅਜਰ ਨਹੀਂ, ਭਾਵ ਅਜਰ ਨੂੰ ਜਰਨ ਵਾਲਾ ਕੋਈ ਨਹੀਂ ਹੈ। ਅਜਰ ਨੂੰ ਮਹਾਨ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਰਹੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਵੇਂ ਕੋਈ ਸਧਾਰਨ ਮਨੁੱਖ ਹੁੰਦਾ। ਜਿਵੇਂ ਖਡੂਰ ਦੇ ਤਪੇ ਨੇ ਉਹ ਚੁੱਕ ਦੇ ਕੇ ਖਹਿਰੇ ਜੱਟਾਂ ਤੋਂ ਸਤਿਗੁਰਾਂ ਦਾ ਨਿਰਾਦਰ ਕਰਵਾਇਆ ਤੇ ਗੁਰੂ ਗਰੀਬ ਨਵਾਜ ਜੀਆਂ ਨੂੰ ਘਰ ਛਡਵਾ ਦਿੱਤਾ। ਛਾਪਰੀ ਸਾਹਿਬ ਦੇ ਪਾਵਨ ਸਥਾਨ ਤੇ ਗਏ ਚਲੇ, ਪਰ ਇੱਕ ਵਾਰ ਵੀ ਸੱਚੇ ਪਾਤਸ਼ਾਹ ਜੀ ਆਪਣੀ ਸ਼ਕਤੀ ਨਹੀਂ ਜਨਾਉਣੀ ਕੀਤੀ, ਭਾਵੇਂ ਸਾਰੇ ਨਗਰ ਦੀਆਂ ਪੰਚਾਇਤਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਘਰ ਛੱਡਣ ਤੇ ਮਜਬੂਰ ਕੀਤਾ। ਚੁੱਪਚਾਪ ਹੀ ਗੁਰੂ ਗਰੀਬ ਨਵਾਜ ਜਾ ਕਰਕੇ ਨਗਰ ਦੇ ਬਾਹਰ ਸੱਜ ਗਏ। ਤੋ ਬੇਅੰਤ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਸ਼ਕਤੀ ਨਾ ਜਣਾਈ। ਇਹੋ ਜਿਹੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ, ਜਿਨ੍ਹਾਂ ਦੇ ਬਰਾਬਰ ਕੋਈ ਅਜਰ ਸ਼ਕਤੀ ਨੂੰ ਜਰਨ ਵਾਲਾ ਨਹੀਂ ਹੈ। ਸਿੱਖ ਉਧਾਰੇ ਵਿਦਤ ਜਹਾਨਾ। ਪ੍ਰਗਟੀ ਸੰਸਾਰ ਵਿੱਚ ਬੇਅੰਤ ਸਿੱਖਾਂ ਦੀ ਕਲਿਆਣ ਕੀਤੀ ਹੈ। ਸ਼੍ਰੀ ਗੁਰੂ ਅਮਰਦਾਸ ਤਿਨ ਪਾਛੇ। ਤੇ ਉਹਨਾਂ ਤੋਂ ਪਿੱਛੋਂ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਹੋਏ ਹਨ। ਬੈਠੇ ਗੁਰ ਗਾਦੀ ਪਰ ਆਛੇ। ਤੇ ਸੱਚੇ ਪਾਤਸ਼ਾਹ ਸੁਗੜ ਸਰੂਪ ਪਾਵਨ ਪਵਿੱਤਰ ਸੰਘਾਸਨ ਗੁਰਤਾ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਤੋਂ ਪਿੱਛੋਂ ਸਜੇ ਆ। ਸਕਲ ਜਗਤ ਮਹਿ ਭਗਤ ਦ੍ਰਿੜਾਈ। ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਭਗਤੀ ਦ੍ਰਿੜਾਈ ਹੈ। ਜਿੱਥੇ ਕਿਥੇ ਨਾਮ ਦੀ ਵਡਿਆਈ, 22 ਪ੍ਰਚਾਰਕ ਮੰਜੇਦਾਰ ਤੇ 72 ਪੀੜੇ ਮਾਈਆਂ ਨੂੰ ਦੇ ਕਰਕੇ ਸਭ ਸੰਸਾਰ ਵਿੱਚ ਨਾਮ ਗੁਰਸਿੱਖੀ ਦਾ ਬੀਜ ਦਾ ਛੱਟਾ ਦਿੱਤਾ ਹੈ। ਅਨੇਕ ਨਰਨ ਕਹ ਦਈ ਵਡਾਈ। ਬੇਅੰਤ ਮਨੁੱਖਾਂ ਮਾਈ ਭਾਈ ਨੂੰ 72 ਪੀੜੇ ਮਾਈਆਂ ਨੂੰ 22 ਸਿੱਖਾਂ ਨੂੰ ਮੰਜੀਆਂ ਥਾਪੀਆਂ। ਬੇਅੰਤ ਗੁਰਸਿੱਖਾਂ ਨੂੰ ਮਹਾਰਾਜ ਧੰਨ ਗੁਰੂ ਅਮਰਦਾਸ ਸਤਿਗੁਰਾਂ ਵਡਿਆਈ ਬਖਸ਼ਿਸ਼ ਕੀਤੀ ਹੈ। ਸ਼੍ਰੀ ਗੁਰੂ ਨਾਨਕ ਮਹਾ ਮਸਾਲ। ਜਿਹੜੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਇਹ ਜੋਗੀ ਜੀ ਉਹ ਤਾਂ ਮਹਾਨ ਜੋਤ ਸਰੂਪ ਹਨ। ਕਲੀ ਕਾਲ ਹੱਥ ਤਿਮਰ ਵਿਸਾਲ। ਜਿਹੜੇ ਕਲਯੁਗ ਦੇ ਭਾਰੀ ਹਨੇਰੇ ਨੂੰ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਹਨ। ਲੱਖੋਂ ਦੀਪਕ ਜਿਨ ਤੇ ਜਾਗੇ। ਜਿਨ੍ਹਾਂ ਤੋਂ ਬ੍ਰਹਮ ਗਿਆਨੀ ਤੇ ਗੁਰਸਿੱਖਾਂ ਰੂਪੀ ਲੱਖਾਂ ਹੀ ਦੀਵੇ ਜਗੇ ਆ। ਬੇਅੰਤ ਜੀਵਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਕੀਤੀਆਂ। ਜਿਵੇਂ ਇੱਕ ਮਸ਼ਾਲ ਤੋਂ ਕਿੰਨੇ ਹੀ ਦੀਵੇ ਜਗ ਜਾਂਦੇ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਮਹਾਨ ਜੋਤੀ ਸਰੂਪ ਸਨ, ਜਿਨ੍ਹਾਂ ਤੋਂ ਬੇਅੰਤ ਸਿੱਖਾਂ ਨੇ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਕੀਤੀਆਂ। ਨਰ ਵੱਡ ਭਾਗ ਪਗਨ ਜੋ ਲਾਗੇ। ਵੱਡੇ ਭਾਗਾਂ ਵਾਲੇ ਨਰ ਮਨੁੱਖ ਸਨ ਇਹ ਜੋਗੀ ਜੀ, ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨੀ ਲੱਗ ਗਏ ਸਨ। ਤਿਸ ਮਸਾਲ ਤੇ ਜਗੀ ਮਸਾਲ। ਤੇ ਉਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੋਤ ਸਰੂਪ ਤੋਂ ਅੱਗੇ ਜਿਹੜੀ ਦੂਜੀ ਮਸਾਲ ਜਗੀ ਸੀ, ਸ਼੍ਰੀ ਅੰਗਦ ਜੀ ਪਏ ਕਿਰਪਾਲ। ਉਹ ਕਿਰਪਾਲੂ ਦਿਆਲੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ। ਜਿਵੇਂ ਇੱਕ ਮਸਾਲ ਤੋਂ ਦੂਜੀ ਮਸਾਲ, ਦੀਵੇ ਤੋਂ ਦੀਵਾ ਜਗਦਾ,
ਇਹ ਜੋਗੀ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੋਂ ਦੂਸਰੇ ਸਰੂਪ ਬਣੇ ਆ। ਧੰਨ ਗੁਰੂ ਅੰਗਦ ਦੇਵ ਜੀ ਕਿਰਪਾਲੂ। ਇਨ ਤੇ ਦੀਪਕ ਜਗੇ ਅਨੇਕ, ਇਹਨਾਂ ਤੋਂ ਵੀ ਅਨੇਕਾਂ ਬ੍ਰਹਮ ਗਿਆਨ ਰੂਪੀ ਜਾਂ ਬ੍ਰਹਮ ਗਿਆਨੀਆਂ ਰੂਪੀ ਦੀਵੇ ਜਗੇ। ਬੇਅੰਤ ਸਿੱਖਾਂ ਨੇ ਇਹਨਾਂ ਤੋਂ ਵਡਿਆਈਆਂ ਪ੍ਰਾਪਤ ਕੀਤੀਆਂ, ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਕੀਤੀਆਂ। ਹੋਏ ਗਿਆਨੀ ਸਹਤ ਵਿਵੇਕ, ਤੇ ਸਹਿਤ ਗਿਆਨ ਦੇ ਬੜੇ ਭਾਰੀ ਮਹਾਂਪੁਰਖ ਗਿਆਨੀ ਬਣੇ ਸਨ। ਜਿਨ੍ਹਾਂ ਤੀਸਰੀ ਦੀਪੀ ਮਸਾਲ, ਇਹਨਾਂ ਤੋਂ ਅੱਗੇ ਤੀਸਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਜਗੇ ਆ ਮਿਸਾਲ ਜੋਤ ਜਗੀ ਹੈ। ਕਰਿਓ ਚਾਂਦਨਾ ਤਮ ਗਨ ਟਾਲ, ਜਿਨ੍ਹਾਂ ਨੇ ਪਾਪਾਂ ਦਾ ਹਨੇਰਾ ਜਿਹੜਾ ਅਗਿਆਨ ਦਾ ਹਨੇਰਾ ਦੂਰ ਕੀਤਾ ਤੇ ਗਿਆਨ ਦਾ ਤੇ ਪੁੰਨਾ ਧਰਮ ਦਾ ਪ੍ਰਚਾਰ, ਧਰਮ ਦਾ ਜਿਹੜਾ ਹੈ ਉਹ ਚਾਨਣ ਕੀਤਾ ਹੈ। ਅਨਗਨ ਦੀਪਕ ਜਾਗੇ ਜਗ ਮੈਂ, ਤੇ ਜਗ ਸੰਸਾਰ ਵਿੱਚ ਬੇਅੰਤ ਜਿਹੜੇ ਬ੍ਰਹਮ ਗਿਆਨੀ ਪੈਦਾ ਕੀਤੇ। ਕੱਲੇ ਡੱਲੇ ਨਗਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ 72 ਬ੍ਰਹਮ ਗਿਆਨੀ ਬਣਾਏ ਸਨ। ਸੁਲਤਾਨਪੁਰ ਸਾਹਿਬ ਦੇ ਸ਼ੇਖੂਕੋ ਲਾਗੇ ਨਗਰ ਆਉਂਦਾ ਮਲਸੀਆਂ ਵਾਲੀ ਉਹ ਸੜਕ ਦੇ ਉੱਪਰ, ਉੱਥੇ ਅਜੇ ਵੀ ਉਹ ਪਾਵਨ ਪਵਿੱਤਰ ਨਾ ਗੁਰਸਿੱਖਾਂ ਦੇ ਗੁਰਧਾਮ ਹੀ ਗੁਰਧਾਮ ਬਣੇ ਹੋਏ ਆ। 72 ਬ੍ਰਹਮ ਗਿਆਨੀ, ਭਾਈ ਪਾਰੋ ਜੀ ਜੁਲਕਾ ਵਰਗੇ ਹੋਰ ਬੇਅੰਤ ਗੁਰਸਿੱਖ ਬ੍ਰਹਮ ਗਿਆਨੀ, ਗੁਰੂ ਅਮਰਦਾਸ ਮਹਾਰਾਜ ਜੀਆਂ 72 ਸਿੱਖ ਬ੍ਰਹਮ ਗਿਆਨੀ ਜਿਹੜੇ ਆ ਉਹ ਕੱਲੇ ਡੱਲੇ ਨਗਰ ਵਿੱਚ ਪੈਦਾ ਕੀਤੇ। ਹੋਰ ਪਾਸੇ ਆਸੇ ਦੀ ਕੀ ਗਿਣਤੀ ਹੈ। ਹੇ ਜੋਗੀ ਜੀ, ਬੇਅੰਤ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਸਨ। ਪਰੇ ਆਨ ਸ਼ਰਣੀ ਜੇ ਪਗ ਮੈਂ, ਤੇ ਜਿਹੜੇ ਵੀ ਮਹਾਰਾਜ ਦੇ ਚਰਨਾਂ ਚਰਨੀ ਪੈਂਦੇ ਰਹੇ ਸਭ ਨੂੰ ਮਹਾਰਾਜ ਦੀਆਂ ਗੁਰਸਿੱਖੀ ਦਾਨ, ਨਾਮ ਦਾਨ, ਸਬਰ ਸੰਤੋਖ ਤੇ ਦੇਵੀ ਸੰਪਦਾ ਦੇ ਗੁਣਾਂ ਨਾਲ ਭਰਪੂਰ ਕਰ ਦਿੱਤਾ। ਤਿਸ ਮਸਾਲ ਤੇ ਜਗੀ ਮਸਾਲ, ਤੇ ਉਸ ਜੋਤ ਧੰਨ ਗੁਰੂ ਅਮਰਦਾਸ ਇਹਨਾਂ ਤੋਂ ਅੱਗੇ ਜਿਹੜੀ ਜੋਤ ਜਗੀ ਹੈ, ਸ਼੍ਰੀ ਗੁਰੂ ਰਾਮਦਾਸ ਤਮ ਟਾਲ, ਉਹ ਸੋਢੀ ਕੁਲ ਦੇ ਭੂਖਣ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੋਏ ਹੈ, ਜਿਨ੍ਹਾਂ ਨੇ ਅਗਿਆਨ ਦਾ ਹਨੇਰਾ ਨਾਸ਼ ਕੀਤਾ ਹੈ। ਤਿਨ ਕੇ ਸੁਤ ਸ਼੍ਰੀ ਅਰਜਨ ਇਹੋ, ਤੇ ਜਿਨ੍ਹਾਂ ਦੇ ਦਰਸ਼ਨ ਹੈ ਜੋਗੀ ਜੀ ਸਨਮੁਖ ਬਹਿ ਕੇ ਆਪ ਕਰ ਰਹੇ ਹੋ, ਇਹ ਸਾਖਸ਼ਾਤ ਬ੍ਰਹਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੰਜਵਾਂ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ, ਜਿਨ੍ਹਾਂ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ। ਤਿਸੀ ਜੋਤ ਕੀ ਪੰਚਮ ਦੇ, ਇਹ ਉਹੀ ਧੰਨ ਗੁਰੂ ਨਾਨਕ ਪਾਤਸ਼ਾਹ ਬ੍ਰਹਮ ਜੋਤ ਦੀ ਹੁਣ ਜਿਹੜੀ ਪੰਜਵਾਂ ਸਰੂਪ, ਪੰਜਵੀਂ ਦੇਹੀ ਤੁਹਾਡੇ ਸਨਮੁਖ ਬੈਠੀ ਹੈ। ਅਬ ਕਲ ਜੁਗ ਕੋ ਕਾਲ ਕਰਾਰਾ, ਕਿਉਂਕਿ ਇਹ ਤੁਸੀਂ ਪੁੱਛਦੇ ਹੋ ਜੋਗੀ ਜੀ ਵੀ ਹੁਣ ਸਮਾਂ ਕਿਹੜਾ ਚੱਲ ਰਿਹਾ। ਹੁਣ ਜਾਣ ਲਓ ਵੀ ਕਲਯੁਗ ਦਾ ਬਹੁਤ ਭਿਆਨਕ ਜਿਹੜਾ ਦੌਰ, ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ। ਬਰਖ ਪੰਚਮੋ ਲਖ ਹਜ਼ਾਰਾ, ਤੇ ਅਜੇ ਜਾਣੋ ਵੀ 5000 ਕਲਯੁਗ ਜਿਹੜਾ ਉਹ ਬਤੀਤ ਹੋਇਆ। 5000 ਵਰਾ ਅਜੇ ਕਲਯੁਗ ਜਿਹੜਾ ਲੰਘਿਆ ਜਾਣਨਾ ਕਰੋ। ਬਿਨਾ ਕਾਲ ਤੇ ਜੋਰ ਕਲੀਸੋ, ਪਰ ਅਜੇ ਸਮਾਂ ਨਹੀਂ ਸੀ ਕਲਯੁਗ ਦੇ ਜ਼ੋਰ ਪਾਉਣ ਦਾ। ਪਰ ਜੋਗੀ ਜੀ ਕਲਯੁਗ ਨੇ ਸਮੇਂ ਤੋਂ ਪਹਿਲਾਂ ਹੀ, ਭਾਵ ਬਚਪਨ ਵਿੱਚ ਹੀ ਬਹੁਤ ਭਾਰੀ ਉਪਦਰਵ, ਪਾਪ ਤੇ ਭਾਰੀ ਕੋਹਰਾਮ ਜ਼ੁਲਮ ਮਚਾਇਆ ਹੋਇਆ ਹੈ। ਤਿਹ ਮਿਟਾਵਨੇ ਪਾਤ ਪਲੀਸੋ, ਤੇ ਉਸ ਕਲਯੁਗ ਦੇ ਪਾਪ ਨੂੰ, ਕਲਯੁਗ ਦੇ ਪ੍ਰਤਾਪ ਨੂੰ ਭਲੀ ਪ੍ਰਕਾਰ ਜੇ ਮਟਾਇਆ ਤੇ ਉਹ ਤੁਹਾਡੇ ਸਨਮੁਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ, ਜਿਨ੍ਹਾਂ ਨੇ ਕਲਯੁਗ ਦੇ ਵਿੱਚ ਨਾਮ ਦੀ ਦਾਤ ਬਖਸ਼ ਕਰਕੇ ਸਭ ਸੰਸਾਰ ਨੂੰ ਸੁਖ ਸ਼ਾਂਤੀਆਂ ਬਖਸ਼ੀਆਂ ਹਨ। ਇਹ ਤੀਰਥ ਕੋ ਥਾਨ ਅਨਾਵਾ, ਤੇ ਜਿਹੜਾ ਇਹ ਤੀਰਥ ਬਣ ਰਿਹਾ ਹੈ, ਇਸ ਤੀਰਥ ਦਾ ਜਿਹੜਾ ਸਥਾਨ ਪਾਵਨ ਪਵਿੱਤਰ ਉਸ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਖਦਵਾ ਰਹੇ ਹੈ। ਜਿਸ ਤੇ ਤੁਮਰੋ ਦਰਸ਼ਨ ਪਾਵਾ, ਜਿਸ ਸੰਤੋਖਸਰ ਸਾਹਿਬ ਦੇ ਸਰੋਵਰ ਵਿੱਚੋਂ ਆਪ ਜੀ ਦਾ ਮਟ ਨਿਕਲਿਆ ਤੇ ਤੁਹਾਡੇ ਦਰਸ਼ਨ ਅੱਜ ਸਭ ਸੰਗਤ ਕਰ ਰਹੀ ਹੈ। ਆਪਨ ਪ੍ਰਸੰਗ ਸੁਨਾਵਹ ਬੈ, ਇਹ ਜਿਹੜੇ ਤੁਸੀਂ ਸਵਾਲ ਪੁੱਛੇ ਸੀ ਉਹਨਾਂ ਦੇ ਜਵਾਬ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ, ਹੁਣ ਹੇ ਮਹਾਤਮਾ ਜੀ ਤੁਸੀਂ ਕਿੱਥੋਂ ਆਏ ਹੋ, ਕੌਣ ਹੋ, ਆਪ ਜੀ ਆਪਣਾ ਸਾਰਾ ਪ੍ਰਸੰਗ ਦੱਸੋ। ਬਸਮੇ ਚਾਹਤ ਸੁਨਬੋ ਸਬੈ, ਬਿਸਮੇ ਸਭ ਹੈਰਾਨ ਹੋ ਰਹੇ ਆ ਤੁਹਾਨੂੰ ਵੇਖ ਵੇਖ ਕੇ, ਕਿਉਂਕਿ ਧਰਤੀ ਦੇ ਵਿੱਚੋਂ ਆਪ ਜੀ ਦਾ ਮਟ ਨਿਕਲਿਆ। ਸਭ ਸੰਗਤਾਂ ਜਾਣਨ ਦੀਆਂ ਇੱਛੁਕ ਹੈ, ਇੱਥੇ ਸੇਵਾ ਕਰ ਰਹੀਆਂ ਅੰਮ੍ਰਿਤਸਰ ਸਾਹਿਬ ਦੀਆਂ ਸੰਸਾਰ ਤੋਂ ਆਈਆਂ ਬੇਅੰਤ ਸੰਗਤਾਂ, ਵੀ ਆਪ ਕਦੋਂ ਤੋਂ ਇਸ ਧਰਤੀ ਵਿੱਚ ਦੱਬੇ ਹੋਏ ਹੋ, ਕਿੰਨੇ ਕੁ ਸਮੇਂ ਦੇ ਆਪ ਜੀ ਸਮਾਧੀ ਲਾ ਕੇ ਇਸ ਮਟ ਅੰਦਰ ਬੈਠੇ ਹੋ, ਤੇ ਕਦੋਂ ਤੋਂ ਲੈ ਕਰਕੇ ਆਪ ਜੀਆਂ ਦੀ ਸਮਾਧੀ ਜੁੜੀ ਹੋਈ ਹੈ, ਕੀ ਕਾਰਨ ਹੈ ਇਸ ਸਰੋਵਰ ਦੇ ਵਿੱਚੋਂ ਆਪ ਜੀ ਦੇ ਮਟ ਨਿਕਲਣ ਦਾ। ਤੇ ਆਪ ਨੇ ਕਿਉਂ ਇੰਨੇ ਸਵਾਲ ਕੀਤੇ ਵੀ ਕੌਣ ਬੈਠਾ ਸਾਡੇ ਸਾਹਮਣੇ,
ਅਸੀਂ ਦਰਸ਼ਨ ਕਿਹਦੇ ਕਰ ਰਹੇ ਹਾਂ, ਸਮਾਂ ਕਿਹੜਾ ਚੱਲ ਰਿਹਾ ਹੈ। ਇਹ ਜੋਗੀ ਜੀ, ਆਪ ਜੀ ਦੱਸੋ ਵੀ ਆਪ ਕਿਸ ਯੁੱਗ ਦੇ ਇਸ ਮੱਟ ਵਿੱਚ ਬੈਠੇ ਹੋਏ ਹੋ। ਜੋਗੀ ਭਇਓ ਆਨੰਦ ਬਿਲੰਦ। ਤੇ ਇਸ ਸੁਣ ਕੇ ਜੋਗੀ ਨੂੰ ਬਹੁਤ ਭਾਰੀ ਆਨੰਦ ਪ੍ਰਾਪਤ ਹੋਇਆ। ਮਹਾਰਾਜ ਬਾਬਤ ਸੁਣਿਆ ਜਦੋਂ, ਸੁਨ ਕੈ ਪਤੇ ਸਿਮਰ ਸੁਖ ਕੰਦ। ਤੇ ਸੁਣ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਵੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੰਜਵਾਂ ਸਰੂਪ ਹੈ, ਸੁੱਖਾਂ ਦੇ ਬੱਦਲ ਮੁੱਢ ਸੱਚੇ ਪਾਤਸ਼ਾਹ ਜੀ। ਇਸ ਤਰ੍ਹਾਂ ਦੇ ਬਚਨ ਭਾਈ ਬਾਬਾ ਬੁੱਢਾ ਸਾਹਿਬ ਜੀ ਤੋਂ ਸੁਣੇ ਜੋਗੀ ਬਹੁਤ ਪ੍ਰਸੰਨ ਹੁੰਦਾ ਹੈ। ਕਹਿਣ ਲੱਗਿਓ ਮੈਂ ਜੋਗ ਕਮਾਇਓ। ਤੇ ਕਹਿਣ ਲੱਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਤਾਈ, ਕਹਿੰਦਾ ਜੀ ਮੈਂ ਹੁਣ ਤੀਕਰ ਬਹੁਤ ਭਾਰੀ ਜੋਗ ਕਮਾਇਆ, ਭਾਵ ਮੈਂ ਜੋਗੀ ਪੁਰਸ਼ ਹਾਂ ਤੇ ਬਹੁਤ ਜੋਗ ਕਮਾਇਆ, ਸਾਧਨ ਸਾਧੇ ਐ। ਆਜ ਸਫਲ ਪਾ ਦਰਸ਼ਨ ਪਾਇਓ। ਤੇ ਜਿੰਨੇ ਜੋਗ ਕਮਾਏ ਐ ਅੱਜ ਮੇਰੇ ਸਫਲ ਹੋ ਗਏ, ਕਿਉਂਕਿ ਅੱਜ ਮੈਂ ਸਾਖਿਆਤ ਬ੍ਰਹਮ ਪਰਮੇਸ਼ਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰ ਲਏ ਐ। ਮੇਰੇ ਪਿਛਲੇ ਸਾਰੇ ਕੀਤੇ ਹੋਏ ਕਰਮ ਜੋਗ ਸਾਧਨ ਸਭ ਜਿਹੜੇ ਸਾਧਨਾ ਸਾਧੇ ਅਖਿਆਈਆਂ ਔਂਕੜਾਂ ਅੱਜ ਸਭ ਮੇਰੇ ਲੇਖੇ ਹਨ। ਭੂਤ ਭਵਿੱਖਤ ਕੋ ਵੱਡ ਗਿਆਤਾ। ਕਿਉਂਕਿ ਜਿਨ੍ਹਾਂ ਤੋਂ ਮੈਂ ਯੋਗ ਸਾਧਨ ਸਿੱਖੇ ਸੀ ਨਾ, ਮੇਰੇ ਜਿਹੜੇ ਵਿਦਿਆ ਗੁਰੂ ਕਹੋ ਜਾਂ ਉਸਤਾਦ ਕਹੋ, ਉਹ ਭੂਤ ਭਾਵ ਪਿਛਲੇ ਸਮੇਂ ਦੇ ਤੇ ਆਉਣ ਵਾਲੇ ਸਮੇਂ ਦੇ ਬੜੇ ਗਿਆਤਾ ਸਨ, ਅੰਤਰਜਾਮੀ ਜਾਣਨ ਵਾਲੇ ਸਨ। ਮਮ ਗੁਰ ਹੁਤੋ ਗਿਆਨ ਕੋ ਦਾਤਾ। ਜਿਨ੍ਹਾਂ ਤੋਂ ਮੈਂ ਯੋਗ ਸਾਧਨ ਕਰਨੇ ਸਿੱਖੇ ਆ ਉਹ ਮਹਾਨ ਜੋਗੀ ਸਨ ਹੈ ਬਾਬਾ ਜੀ। ਤੇ ਉਹ ਨਾਲ ਹੀ ਗਿਆਨ ਦੇ ਵੀ ਦਾਤੇ ਸੀ, ਬਹੁਤ ਗਿਆਨਵਾਨ ਸਨ, ਗਿਆਨ ਦੇ ਦਾਤੇ ਸਨ। ਜਿਸ ਕੀ ਸ਼ਰਨ ਭਰਿਓ ਮੈਂ ਜਾਈ। ਮੈਂ ਯੋਗ ਸਾਧਨ ਜਾਂ ਯੋਗ ਧਾਰਨ ਕਰਨ ਵਾਸਤੇ ਆਪਣੇ ਵਿਦਿਆ ਗੁਰੂ ਉਸਤਾਦ ਉਹਨਾਂ ਦੀ ਸ਼ਰਨ ਵਿੱਚ ਸਤਜੁਗ ਵਿੱਚ ਜਾ ਕੇ ਪਿਆ ਸੀਗਾ। ਨਾਨਾ ਪੰਤਨ ਸੇਵ ਕਮਾਈ। ਵੀ ਭਾਵ ਇਹ ਬਾਬਾ ਜੀ ਸਤਜੁਗ ਸਮੇਂ ਦੀ ਗੱਲ ਹੈ ਵੀ ਮੈਂ ਆਪਣੇ ਉਸਤਾਦ ਜਾਂ ਵਿਦਿਆ ਗੁਰੂ ਮਹਾਨ ਯੋਗੀ ਦੇ ਪਾਸ ਯੋਗ ਦੀ ਸਾਧਨਾ ਲੈਣ ਵਾਸਤੇ ਪਹੁੰਚਿਆ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪਹੁੰਚਿਆ ਸੀ। ਬੜੇ ਤਰੀਕਿਆਂ ਨਾਲ ਮੈਂ ਆਪਣੇ ਵਿਦਿਆ ਗੁਰੂ ਦੀ ਜਾਂ ਉਸਤਾਦ ਜਾਂ ਮਹੰਤ ਦੀ ਸੇਵਾ ਕੀਤੀ ਸੀ। ਮੁਕਤ ਕਰਨ ਹਿਤ ਮੋਕਹ ਪਾਖਾ। ਤੇ ਜਦੋਂ ਮੈਂ ਸੇਵਾ ਕੀਤੀ ਉਹ ਪ੍ਰਸੰਨ ਹੋਏ ਤੇ ਉਹਨਾਂ ਨੇ ਇਹ ਵਿਚਾਰ ਬਣਾਇਆ ਜਾਂ ਮੈਨੂੰ ਮੁਕਤੀ ਦੇ ਰਾਹ ਦੱਸਿਆ। ਜਦੋਂ ਮੈਂ ਬੇਨਤੀ ਕੀਤੀ ਮਹਾਰਾਜ ਆਪ ਮੁਕਤੀ ਬਖਸ਼ੋ, ਜੇ ਤਰੁੱਠੇ ਹੋ ਤਾਂ ਕੁਝ ਦੇਣਾ ਹੈ, ਤਾਂ ਉਹਨਾਂ ਫਿਰ ਮੁਕਤੀ ਦੇਣ ਵਾਸਤੇ ਮੈਨੂੰ ਸਤਜੁਗ ਵਿੱਚ ਇਸ ਤਰ੍ਹਾਂ ਆਖਿਆ ਸੀ, ਅਧਿਕ ਬਿਲੰਬ ਪੂਰਹਿ ਅਬਿਲਾਖਾ। ਵੀ ਤੇਰੀ ਜਿਹੜੀ ਹੈ ਨਾ ਉਹ ਅਬਿਲਾਖਾ ਇੱਛਾ ਉਹ ਅਸੀਂ ਕਰਾਂਗੇ, ਪਰ ਬੜਾ ਸਮਾਂ ਲੱਗੇਗਾ। ਅਬ ਤੇ ਤੁਝ ਮੇਰਾ ਬਰ ਹੋਵਾ। ਤੇ ਹੁਣ ਤੋਂ ਅੱਜ ਤੋਂ ਜਾਣ ਲੈ ਵੀ ਤੈਨੂੰ ਅਸੀਂ ਵਰਦਾਨ ਦਿੰਨੇ ਆ, ਇਹ ਸਾਡਾ ਤੈਨੂੰ ਵਰਦਾਨ ਹੁੰਦਾ, ਵਰ ਹੁੰਦਾ ਹੈ। ਮੋਖ ਪਾਏ ਅਗਿਆਨ ਨਹਿ ਖੋਵਾ। ਵੀ ਤੂੰ ਜ਼ਰੂਰ ਮੁਕਤੀ ਪ੍ਰਾਪਤ ਕਰੇਗਾ, ਅਗਿਆਨ ਤੇਰਾ ਨਾਸ਼ ਹੋ ਜਾਵੇਗਾ। ਚਿਰੰਜੀਵ ਤਬ ਹੋਏ ਸਰੀਰ। ਇਹ ਸਾਡਾ ਵਰਦਾਨ ਹੈ, ਇਸ ਸਤਜੁਗ ਦੇ ਅੰਦਰ ਵੀ ਤੇਰਾ ਸਰੀਰ ਚਿਰੰਜੀਵੀ ਹੋਊਗਾ, ਬਹੁਤ ਲੰਮਾ ਸਮਾਂ ਜਿਹੜਾ ਵੈ ਤੀਕਰ ਤੇਰਾ ਸਰੀਰ ਬਣਿਆ ਰਹੇਗਾ, ਮਰੇਗਾ ਨਹੀਂ। ਬੈਠਾ ਲਾਏ ਸਮਾਧ ਸੋ ਧੀਰ। ਤੇ ਉਹਦੇ ਵਾਸਤੇ ਇਹ ਧੀਰਜ ਵਾਲੇ ਸਮਾਧੀ ਲਾ ਲੈ, ਦਸਮ ਦੁਆਰ ਵਿੱਚ ਸਵਾਸ ਟਿਕਾ ਕੇ ਤੇ ਸਹਿਤ ਧੀਰਜ ਦੇ ਬਹਿਣਾ ਕਰ। ਮਠ ਕੋ ਸਾਜ ਇਸੀ ਥਲ ਰਹੋ। ਤੇ ਇਸ ਥਾਂ ਤੇ ਮਠ ਬਣਾ ਕੇ ਤੇ ਇਸੇ ਥਾਂ ਤੇ ਹੀ ਰਹਿਣਾ ਕਰ ਲੈ, ਮਠ ਵਿੱਚ ਬਹਿ ਜਾ ਸਮਾਧੀ ਲਾ ਕੇ। ਤਬ ਹੀ ਸਮਾ ਗਿਆਨ ਕੋ ਲਹੋ। ਤੇ ਉਦੋਂ ਜਦੋਂ ਸਮਾਂ ਆਏਗਾ ਤੇ ਫਿਰ ਅਗਿਆਨ ਨਾਸ਼ ਹੋ ਜਾਵੇਗਾ ਤੇ ਇਸ ਥਾਂ ਤੇ ਤੈਨੂੰ ਬੜਾ ਭਾਰੀ ਗਿਆਨ ਪ੍ਰਾਪਤ ਹੋਵੇਗਾ। ਸ਼੍ਰੀ ਗੁਰੂ ਅਰਜਨ ਹੋਏ ਅਵਤਾਰ। ਇਹ ਬਾਬਾ ਬੁੱਢਾ ਸਾਹਿਬ ਜੀ, ਮੈਨੂੰ ਉਹ ਮੇਰੇ ਜਿਹੜੇ ਵਿਦਿਆ ਗੁਰੂ ਸਨ ਉਹਨਾਂ ਬ੍ਰਹਮ ਗਿਆਨੀਆਂ ਦੱਸਿਆ ਸੀ ਵੀ ਸਮਾਂ ਆਵੇਗਾ ਪਰਮੇਸ਼ਰ ਅਵਤਾਰ ਧਾਰਨਗੇ ਇਸੇ ਧਰਤੀ ਤੇ। ਗੁਰੂ ਨਾਨਕ ਪਾਤਸ਼ਾਹ ਦਾ ਪੰਜਵਾਂ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਣਗੇ। ਤੀਰਥ ਬਿਦਤਾ ਵਹਿ ਸ਼ੁਭ ਬਾਰ। ਤੇ ਇੱਥੇ ਸ਼੍ਰੇਸ਼ਟ ਜਲ ਦਾ ਜਿਹੜਾ ਨਾ ਉਹ ਸੁੰਦਰ ਜਲ ਦਾ ਸਰੋਵਰ ਖੁਦਾਉਣਗੇ, ਸ਼੍ਰੇਸ਼ਟ ਤੀਰਥ ਬਣਵਾਉਣਗੇ। ਜਬ ਖਨੇ ਹੈ ਇਸ ਥਲ ਕੋ ਆਏ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਆ ਕੇ ਸੰਤੋਖਸਰ ਸਾਹਿਬ ਦਾ ਤੀਰਥ ਇਸ ਧਰਤੀ ਤੇ ਬਣਵਾਉਣਗੇ, ਸਰੋਵਰ ਪਟਵਾਉਣਗੇ। ਤੋਹੇ ਨਿਕਾਸਹਿ ਨਿਜ ਦਰਸਾਏ। ਤੇ ਇਸ ਮੱਠ ਦੇ ਵਿੱਚੋਂ ਉਹ ਤੈਨੂੰ ਕੱਢਣਗੇ,
ਤੇ ਤੇਰੇ ਦਰਸ਼ਨ ਹੋਣਗੇ ਤੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਲੈਣਾ। ਆਪਣੋ ਪ੍ਰਸ਼ਨ ਠਾਣ ਤਿਨ ਤੇ ਪਾਹੀ। ਉਹਨਾਂ ਤੋਂ ਬ੍ਰਹਮ ਗਿਆਨ ਜੇ ਲੈਣਾ ਤੇ ਜੋ ਮਰਜੀ ਪ੍ਰਸ਼ਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਤੁਸੀਂ ਕਰ ਲੈਣਾ। ਸੁਨੇਹੋ ਬਾਕ ਗਿਆਨ ਜਿਨ ਮਾਹੀ। ਤੇ ਉਹ ਐਸੇ ਦਾਤੇ ਹੋਣਗੇ ਗਿਆਨ ਦੇ, ਜਿਹੜਾ ਵੀ ਬਚਨ ਤੁਹਾਡੇ ਤਾਈਂ ਉਹ ਕਰਨਗੇ ਉਸੇ ਦੇ ਵਿੱਚੋਂ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਵੇਗੀ, ਤੁਸੀਂ ਮੁਕਤ ਹੋ ਜਾਓਗੇ। ਤਬ ਤੇਰੋ ਹੋਏ ਹੈ ਕਲਿਆਣ। ਉਹ ਸਮੇਂ ਭਾਵ ਕਲਯੁਗ ਦੇ ਅਵਤਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਲੱਖਾਂ ਸਾਲ ਬਾਅਦ ਅੱਜ ਤੋਂ ਤੇਰਾ ਕਲਿਆਣ ਕਰਨਗੇ। ਇਮ ਪਾਖਿਓ ਗੁਰ ਕਰੁਣਾ ਠਾਨ। ਇਸ ਤਰ੍ਹਾਂ ਬਾਬਾ ਜੀ ਮੈਨੂੰ ਮੇਰੇ ਵਿਦਿਆ ਗੁਰੂ ਜਾਂ ਮੇਰੇ ਗੁਰੂ ਨੇ ਆਖਿਆ ਸੀ। ਸਤਜੁਗ ਦੇ ਅੰਦਰ ਇਹ ਬਚਨ ਵਿਲਾਸ ਹੋਇਆ ਸੀ। ਤਬ ਕੋ ਮੈਂ ਇਹੋ ਮੱਠ ਚਿਨਵਾਏ। ਤੇ ਜਾਣ ਲਓ ਵੀ ਉਹ ਸਤਜੁਗ ਤੋਂ ਮੈਂ ਮੱਠ, ਸਤਜੁਗ ਦੇ ਸਮੇਂ 'ਚ ਮੈਂ ਮੱਠ ਚਿਣਵਾਇਆ ਸੀ ਪੱਥਰ ਦਾ, ਸਤਜੁਗ ਦੇ ਸਮੇਂ ਦਾ ਮੱਠ ਬਣਵਾਇਆ ਸੀ। ਨਿਸਚੈ ਰਹਿਓ ਸਮਾਦ ਲਗਾਏ। ਤੇ ਮੈਂ ਭਰੋਸਾ ਕਰਕੇ ਆਪਣੇ ਗੁਰੂ ਦੇ ਬਚਨਾਂ ਤੇ ਵੀ ਕਲਯੁਗ ਵਿੱਚ ਜ਼ਰੂਰ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੋਣਗੇ, ਇਹ ਵਿਚਾਰ ਕਰਕੇ ਤੇ ਮੈਂ ਸਮਾਧ ਲਾ ਕੇ ਦਸਮ ਦੁਆਰ ਵਿੱਚ ਇਹ ਸਥਿਤੀ ਸਵਾਸਾਂ ਦੀ ਕਰਕੇ ਸਤਜੁਗ ਦੇ ਸਮੇਂ ਦਾ ਬੈਠਾ ਹਾਂ। ਮ੍ਰਿਤਕਾ ਉਪਰ ਪਰੀ ਨ ਲਹਿਓ। ਤੇ ਉਹ ਸਮੇਂ ਜਿਹੜਾ ਮੱਠ ਸੀ ਨਾ ਬਾਬਾ ਜੀ, ਇਹ ਬਾਹਰ ਸੀ ਧਰਤੀ ਤੇ ਉਹਨੇ ਸਮੇਂ ਵਿੱਚ ਇੰਨੀ ਧਰਤੀ ਉੱਥੋਂ ਉੱਚੀ ਹੋ ਗਈ ਹੈ, ਭਾਵ ਕਿ ਹਨੇਰੀਆਂ ਆਦਿਕ ਚੱਲ ਚੱਲ ਕੇ ਮੱਠ ਜਿਹੜਾ ਧਰਤੀ ਦੇ ਵਿੱਚ ਆ ਗਿਆ, ਬਾਹਰ ਨੀਂਦੇ ਸਦਾ ਰਹਿਆ ਸੀ। ਨਿਜ ਗੁਰ ਵਰਤੇ ਜੀਵਤ ਰਹਿਓ। ਤੇ ਇਸ ਤਰ੍ਹਾਂ ਆਪਦੇ ਗੁਰੂ ਦੇ ਵਾਰ ਕਰਕੇ ਮੈਂ ਮਰਿਆ ਨਹੀਂ, ਮਿੱਟੀ ਦੇ ਅੰਦਰ ਵੀ ਇੰਨੇ ਵਰੇ ਲੱਖਾਂ ਵਰੇ ਜਿਉਂਦਾ ਰਹਿਆ ਹਾਂ। ਮੁਕਤ ਹੋਨ ਕੋ ਅਬ ਪਾਕਾਲ। ਤੇ ਪਰ ਬਾਬਾ ਜੀ ਹੁਣ ਸਮਾਂ ਆ ਗਿਆ ਮੇਰੇ ਮੁਕਤ ਹੋਵਣੇ ਦਾ। ਇਮ ਕਹਿ ਜੋਗੀ ਸੁਧ ਵਿਸਾਲ। ਇਸ ਤਰ੍ਹਾਂ ਜਿਹੜਾ ਨਾ ਜੋਗੀ ਕਹਿੰਦਾ ਤੇ ਪੂਰੀ ਜਿਹੜਾ ਉਹ ਸੁੱਧ ਕਰ ਆਇਆ, ਚੰਗੀ ਸੁੱਧੀ ਖਬਰ ਜਾਂ ਜਿਵੇਂ ਹਲਚਲ ਸਰੀਰ ਨੂੰ ਪੂਰੀ ਜਿਵੇਂ ਸੋਮਣ ਹੋ ਗਿਆ ਹੈ। ਸ਼੍ਰੀ ਅਰਜਨ ਕੇ ਚਰਨਨ ਪਰਿਓ। ਤੇ ਜਾ ਕੇ ਉੱਠ ਕੇ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨੀ ਪੈ ਗਿਆ ਹੈ। ਬਿਨੈ ਕਰਤ ਪਾ ਸ਼ਾਂਤੀ ਟਰਿਓ। ਤੇ ਸਤਿਗੁਰਾਂ ਦੇ ਚਰਨੀ ਬੇਨਤੀ ਕਰਦਾ ਹੋਇਆ ਐਨ ਮਾਨੋ ਸ਼ਾਂਤੀ ਦੇ ਵਿੱਚ ਹੀ ਢਲ ਗਿਆ ਹੋਵੇ। ਤੁਮਰੇ ਬਚਨਨ ਤੇ ਕਲਿਆਣ। ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਅਵਤਾਰ ਗੁਰੂ ਗਰੀਬ ਨਵਾਜ ਮਹਾਰਾਜ, ਤੁਹਾਡੇ ਬਚਨਾਂ ਤੋਂ ਹੀ ਮੇਰੀ ਕਲਿਆਣ ਹੋਣੀ ਹੈ, ਤੁਹਾਡੇ ਬਚਨਾਂ ਚੋਂ ਮੁਕਤੀ ਪ੍ਰਾਪਤ ਹੋਵੇਗੀ। ਕਰਹ ਸੁਨਾਵਨ ਕਿਰਪਾ ਨਿਧਾਨ। ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਦਇਆ ਕਰੋ ਨਾ ਮੇਰੇ ਉੱਪਰ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੀ ਸ਼੍ਰੇਸ਼ਟ ਬਾਣੀ ਮੁਖੋਂ ਆਪ ਜੀ ਉਪਦੇਸ਼ ਸਿੱਖਿਆ ਸੁਣਾਓ ਜੀ। ਜੇ ਕਰ ਜਗਤ ਝੂਠ ਇਹੋ ਹੋਏ। ਮਹਾਰਾਜ ਮੈਂ ਆਪਣੇ ਗੁਰੂ ਤੋਂ ਇਹ ਪ੍ਰਸ਼ਨ ਕੀਤਾ ਸੀਗਾ, ਉਹਨਾਂ ਆਖਿਆ ਸੀ ਇਸ ਦਾ ਜਵਾਬ ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਣਗੇ ਲੱਖਾਂ ਸਾਲ ਬਾਅਦ। ਤੋ ਸਾਧ ਸੰਗਤ ਜੀ 17 ਲੱਖ ਤੇ 28 ਹਜ਼ਾਰ ਵਰਾ ਸਤਜੁਗ ਦੀ ਉਮਰ ਹੈ। ਤੋ 12 ਲੱਖ ਤੇ 96 ਹਜ਼ਾਰ ਵਰਾ ਜਿਹੜੀ ਤ੍ਰੇਤੇ ਦੀ ਉਮਰ ਹੈ। 8 ਲੱਖ ਤੇ 64 ਹਜ਼ਾਰ ਵਰਾ ਜਿਹੜੀ ਉਹ ਦੁਆਪਰ ਦੀ ਉਮਰ ਹੈ। 4 ਲੱਖ ਤੇ 32 ਹਜ਼ਾਰ ਵਰਾ ਇਹ ਜਿਹੜੀ ਕਲਯੁਗ ਦੀ ਉਮਰ ਮੰਨੀ ਵੇਦਾਂ ਦੇ ਅੰਦਰ। 43 ਲੱਖ 20 ਹਜ਼ਾਰ ਵਰਾ ਜਿਹੜੀ ਸਾਰੀ ਇਹਨਾਂ ਯੁਗਾਂ ਦੀ ਉਮਰ ਹੈ। ਤੋ 5000 ਵਰਾ ਕਲਯੁਗ ਲੰਘਿਆ। ਇਹ ਜੋਗੀ ਜਦੋਂ ਪ੍ਰਗਟ ਹੋਇਆ ਇਹ ਸੰਤੋਖਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸਥਾਨ ਤੋਂ। ਤੋ ਵੇਖੀਏ ਤੇ ਤਕਰੀਬਨ ਵੀ ਇਹ 38 ਲੱਖ 39 ਲੱਖ ਸਾਲ ਦੇ ਸਮੇਂ ਦਾ ਜੋਗੀ ਜਿਹੜਾ ਹੈ ਇਸ ਮੱਠ ਅੰਦਰ ਧਰਤੀ ਹੇਠ ਬੈਠਾ। ਤੋ ਜੇ ਸਤਜੁਗ ਦਾ ਸਮਾਂ ਲੰਘਿਆ ਵੀ ਹੋਏਗਾ ਤੇ ਕਰੀਬ 30 ਲੱਖ ਵਰਾ ਫਿਰ ਬਣਦਾ। ਤੋ ਇਸ ਇੰਨੇ ਸਮੇਂ ਤੋਂ ਨਿਕਲਿਆ ਜੋਗੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਬੇਨਤੀ ਕਰਦਾ, ਮਹਾਰਾਜ ਮੈਂ ਸਤਜੁਗ ਦੇ ਵਿੱਚ ਆਪਣੇ ਗੁਰੂ ਨੂੰ ਇਹ ਬੇਨਤੀ ਕੀਤੀ ਸੀ, ਸਵਾਲ ਕੀਤਾ ਸੀ ਵੀ ਜਿਹੜਾ ਸੰਸਾਰ ਹੈ ਜੇ ਉਹ ਝੂਠਾ ਹੈ ਤੇ ਕਿਵੇਂ ਪਤਾ ਲੱਗੇ ਵੀ ਸੰਸਾਰ ਝੂਠਾ ਹੈ। ਜੇ ਸੰਸਾਰ ਝੂਠਾ ਹੈ ਫਿਰ ਸੰਸਾਰ ਸੱਚਾ ਜਾਪਦਾ ਕਿਉਂ ਹੈ। ਜੇ ਸੰਸਾਰ ਸੱਚ ਹੈ ਤੇ ਫਿਰ ਇਹਨੂੰ ਵੇਦ ਸ਼ਾਸਤਰ ਝੂਠਾ ਕਿਉਂ ਕਹਿੰਦੇ ਹਨ। ਇਸ ਤਰ੍ਹਾਂ ਦੇ ਫਿਰ ਉਹੀ ਸਵਾਲ ਮਹਾਰਾਜ ਮੈਂ ਤੁਹਾਨੂੰ ਕਰਦਾ, ਆਪ ਕਿਰਪਾ ਕਰਕੇ ਸੁਣੋ ਮਹਾਰਾਜ ਜੀਓ ਕਿ ਜੇਕਰ ਜਗ ਸਾਚ ਕਹੋ ਜਗ ਹੈ। ਜੇ ਮਹਾਰਾਜ ਸੱਚ ਕਹੋ ਵੀ ਜੇ ਜਗ ਝੂਠਾ ਹੈ ਜਾਂ ਇਹ ਸੱਚੇ ਪਾਤਸ਼ਾਹ ਮਹਾਰਾਜ ਜੇਕਰ ਜਗਤ ਝੂਠ ਇਹੋ ਹੋਏ, ਮਹਾਰਾਜ ਇਹ ਸੰਸਾਰ ਝੂਠਾ ਕਹਿੰਦੇ ਆ, ਸਭ ਸੰਸਾਰ
ਸਭ ਲੋਕ ਗਿਆਨਵਾਨ ਕਹਿੰਦੇ ਸੰਸਾਰ ਝੂਠਾ ਹੈ, ਨਾਸ਼ਵੰਤ ਹੈ। ਮਹਾਰਾਜ ਇਹ ਸੰਸਾਰ ਸੱਚਮੁੱਚ ਝੂਠਾ ਹੈ। ਭਾਸਤ ਕਿਉ ਆਛੇ ਸਭ ਕੋਏ। ਫਿਰ ਮਹਾਰਾਜ ਸਾਰਾ ਕੁਝ ਸੋਹਣਾ ਕਿਉਂ ਲੱਗਦਾ ਹੈ? ਖੁਸ਼ੀ ਗਮੀ ਧੀਆਂ ਪੁੱਤਰ ਮਾਂ ਬਾਪ, ਜੇ ਸੰਸਾਰ ਝੂਠਾ ਹੈ ਤੇ ਸੱਚੇ ਪਾਤਸ਼ਾਹ ਜੀ ਸਭ ਕੁਝ ਆਪਦਾ ਆਪਦਾ ਕਿਉਂ ਲੱਗਦਾ ਹੈ? ਸਭ ਦੇ ਵਿੱਚ ਮਨ ਕਿਉਂ ਲੱਗਦਾ ਹੈ? ਸੰਸਾਰ ਸੋਹਣਾ ਕਿਉਂ ਲੱਗਦਾ ਹੈ? ਸਭ ਚੰਗਾ ਕਿਉਂ ਲੱਗਦਾ ਹੈ? ਜੇ ਕਰ ਸਾਚ ਕਹੋ ਜਗ ਤੇ ਹੈ। ਜੇ ਮਹਾਰਾਜ ਕਹੋ ਵੀ ਸੰਸਾਰ ਹੈ, ਸੰਸਾਰ ਸੱਚਾ ਹੈ, ਗਿਆਨਵਾਨ ਕਿਉ ਝੂਠੋ ਕਹੈ। ਫਿਰ ਵੇਦ ਸ਼ਾਸਤਰ ਤੇ ਕੋ ਗਿਆਨਵਾਨ ਲੋਕ ਕਿਉਂ ਕਹਿੰਦੇ ਆ ਵੀ ਸੰਸਾਰ ਝੂਠਾ ਹੈ? ਜੇ ਝੂਠਾ ਹੈ ਤੇ ਫਿਰ ਮਹਾਰਾਜ ਸਭ ਦਿਸਦਾ ਕਿਉਂ ਹੈ? ਜੇ ਮਹਾਰਾਜ ਸਭ ਦਿਸਦਾ ਝੂਠਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸੰਸਾਰ ਸੱਚਾ ਹੈ ਤੇ ਫਿਰ ਕਿਉਂ ਕਹਿੰਦੇ ਆ ਸੰਸਾਰ ਝੂਠਾ ਹੈ? ਆਤਮ ਕੋ ਸਰੂਪ ਜਿਮ ਤੇ ਲਹੀਏ। ਇੱਕ ਮਹਾਰਾਜ ਜਿਵੇਂ ਆਤਮਾ ਦਾ ਸਰੂਪ ਜਿਵੇਂ ਪ੍ਰਾਪਤ ਕੀਤਾ ਜਾ ਸਕੇ, ਪਰਮ ਆਪੇ ਨੂੰ ਸੁੱਧ ਸਰੂਪ ਨੂੰ ਜਾਣ ਲਈਏ। ਇੱਕ ਹੀ ਬਹੁਤ ਭਾਂਤ ਕਿਮ ਤੇ ਕਹੀਏ। ਮਹਾਰਾਜ ਫਿਰ ਜੇ ਆਤਮਾ ਨੂੰ ਜਾਣ ਲਈਏ ਫਿਰ ਤਾਂ ਪਰਮੇਸ਼ਰ ਇੱਕੋ ਹੀ ਹੈ ਨਾ, ਸਾਰਿਆਂ ਵਿੱਚ ਪਰਮੇਸ਼ਰ ਆਤਮਾ ਜੋਤ ਇੱਕ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਵੱਖਰਾ ਵੱਖਰਾ ਕਿਉਂ ਕਿਹਾ ਜਾਂਦਾ ਹੈ? ਫਲਾਣਾ ਆ ਮਨੁੱਖ ਹੈ, ਆ ਇਸਤਰੀ ਹੈ, ਆ ਜੀਵ ਜੰਤੂ ਹੈ। ਮਹਾਰਾਜ ਜੇ ਪਰਮੇਸ਼ਰ ਇੱਕ ਹੈ ਤੋ ਉਸੇ ਦੀ ਜੋਤ ਪਰਮਾਤਮਾ ਦੀ ਜੋਤ ਜੀਵਾਂ ਵਿੱਚ ਇੱਕ ਹੈ, ਫਿਰ ਮਾਇਰ ਸੰਸਾਰ ਵੱਖਰਾ ਵੱਖਰਾ ਕਿਉਂ ਦਿਸਦਾ ਹੈ? ਚੱਲਹਿ ਜੀਵ ਜੰਗਮ ਇਹੋ ਸਾਰੇ। ਜਿਹੜੇ ਆ ਜੜ ਜੰਗਮ ਜੀਵ, ਜਿਹੜੇ ਟਿਕੇ ਹੋਏ ਰੁੱਖ ਬਿਰਛ ਪੱਥਰ ਆਦਿਕ, ਤੇ ਜਿਹੜੇ ਚੱਲਣ ਫਿਰਨ ਵਾਲੇ ਜੀਵ ਹਨ ਸਾਰੇ ਹੀ। ਕਿਮ ਕੂਟਸਥ ਰਹਿ ਨਿਰਤਾਰੇ। ਇਹ ਮਹਾਰਾਜ ਕਿਵੇਂ ਚੱਲ ਫਿਰ ਰਹੇ ਹੈ? ਕਿਹਦੀ ਸੱਤਾ ਹੈ? ਕੂਟਸਥ ਨਾਮ ਟਿਕੇ ਹੋਏ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਵੇਂ ਨਿਰਧਾਰਤ ਕੀਤੇ ਹੋਏ ਜਿਹੜੇ ਟਿਕੇ ਹੋਏ ਆ? ਪਹਾੜ ਇੱਕ ਥਾਂ ਟਿਕੇ ਹੋਏ ਆ ਤੇ ਜੰਗਮ ਜੀਵ ਜਿਹੜੇ ਉਹ ਚੱਲ ਫਿਰ ਰਹੇ ਹਨ। ਜਗਤ ਰੂਪ ਇਹੋ ਆਪੇ ਬਨ ਕੈ। ਮਹਾਰਾਜ ਜਿਹੜਾ ਪਰਮੇਸ਼ਰ ਹੈ ਕਿਵੇਂ ਆਪ ਹੀ ਸੰਸਾਰ ਦਾ ਰੂਪ ਜਾਂ ਸੰਸਾਰ ਰੂਪ ਪਰਮੇਸ਼ਰ ਕਿਵੇਂ ਬਣਿਆ ਹੋਇਆ ਹੈ? ਕਿਮ ਨਿਰਲੇ ਪੁਰ ਹੈ ਤੋ ਸਭ ਜਨ ਕੈ। ਪਰਮੇਸ਼ਰ ਸੰਸਾਰ ਬਣਾ ਕੇ ਸੰਸਾਰ ਦੇ ਵਿੱਚ ਕਿਵੇਂ ਹੈ ਤੇ ਸੰਸਾਰ ਤੋਂ ਬਾਹਰ ਕਿਵੇਂ ਹੈ? ਸਭ ਤੋਂ ਵੱਖਰਾ ਕਿਵੇਂ ਹੈ? ਬ੍ਰਹਮ ਆਤਮਾ ਨਾਮ ਜਿਸੀ ਕੋ। ਮਹਾਰਾਜ ਬ੍ਰਹਮ ਆਤਮਾ ਨਾਮ ਜਾਂ ਆਤਮਾ ਕਹੋ ਜਾਂ ਬ੍ਰਹਮ ਕਹੋ, ਜਿਸ ਦਾ ਨਾਮ ਬ੍ਰਹਮ ਹੈ, ਜਿਸ ਦਾ ਨਾਮ ਆਤਮਾ ਹੈ। ਕਿਮ ਸਰੂਪ ਮੈਂ ਲਖਾਂ ਤਿਸੀ ਕੋ। ਤੇ ਮਹਾਰਾਜ ਬ੍ਰਹਮ ਨੂੰ ਜਾਂ ਆਪਦੇ ਪਰਮ ਆਪੇ ਆਤਮਾ ਨੂੰ ਮੈਂ ਕਿਵੇਂ ਜਾਣਾਂਗਾ? ਕਿਵੇਂ ਜਾਣਾਂਗਾ? ਮਹਾਰਾਜ ਵੀ ਸਰੀਰ ਨਾਸ਼ਵੰਤ, ਸੰਸਾਰ ਝੂਠਾ ਹੈ ਤੇ ਬ੍ਰਹਮ ਪਰਮੇਸ਼ਰ ਸੱਚਾ ਹੈ। ਆਪਦੇ ਜੇ ਮਹਾਰਾਜ ਗਿਆਨਵਾਨ ਜਾਂ ਵੇਦ ਸ਼ਾਸਤਰ ਕਹਿੰਦੇ ਆ ਵੀ ਮਨੁੱਖ ਦੇ ਅੰਦਰ ਆਤਮਾ ਹੀ ਪਰਮੇਸ਼ਰ ਦਾ ਰੂਪ, ਆਤਮਾ ਪਰਮਾਤਮਾ ਇੱਕ ਹੈ, ਤੋ ਸੱਚੇ ਪਾਤਸ਼ਾਹ ਜੀ ਉਹ ਆਤਮਾ ਪਰਮਾਤਮਾ ਨੂੰ ਮੈਂ ਕਿਵੇਂ ਪ੍ਰਾਪਤ ਕਰਾਂਗਾ? ਆਪਦੇ ਵਿੱਚੋਂ ਕਿਵੇਂ ਪ੍ਰਾਪਤ ਹੋਵੇਗੀ? ਜੁਗ ਅਨੇਕ ਗਨ ਮੁਨੀ ਬਿਤਾਏ। ਕਿਉਂਕਿ ਅਨੇਕਾਂ ਯੁੱਗ ਲੰਘ ਗਏ ਆ, ਭਗਤੀਆਂ ਕਰਦਿਆਂ ਰਿਸ਼ੀ ਮੁਨੀ ਮਰ ਚੁੱਕੇ ਆ, ਬੀਤ ਗਏ ਹਨ। ਭਨ ਤਿਉ ਥੱਕੇ ਪਾਰ ਨਹਿ ਪਾਏ। ਜਿਸ ਪਰਮੇਸ਼ਰ ਦੇ ਗੁਣ ਗਾਉਂਦੇ ਮੁਨੀਸ਼ਵਰ ਜੋਗੀ ਤਪੇ ਮਹਾਰਾਜ ਖਪ ਗਏ ਆ, ਪਰ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਗਿਆ ਜਿਸ ਦਾ। ਜਿਸ ਕੇ ਬ੍ਰਹਮ ਹੋਵੈ ਸਖਿਆਤ। ਮਹਾਰਾਜ ਜਿਸ ਦੇ ਹਿਰਦੇ ਅੰਦਰ ਬ੍ਰਹਮ ਸਖਿਆਤ ਹੋ ਜਾਵੇ, ਪ੍ਰਭੂ ਪਰਮੇਸ਼ਰ ਨੂੰ ਜਾਣ ਲਿਆ ਜਾਵੇ, ਚਿਤ ਸ਼ਾਂਤੀ ਤਿਸ ਕੇ ਬਖਿਆਤ। ਤੇ ਉਹਦੇ ਚਿੱਤ ਨੂੰ ਕਿਵੇਂ ਸ਼ਾਂਤੀ ਪ੍ਰਗਟ ਪ੍ਰਤਾਖੀ ਆ ਜਾਂਦੀ ਹੈ। ਪਰੇ ਅਪਰ ਪਦ ਜਿਸ ਕੇ ਨਾਹੇ। ਤੇ ਇਸ ਤਰ੍ਹਾਂ ਵੀ ਉਹਦੇ ਤੋਂ ਹੋਰ ਕੋਈ ਪਦਵੀ ਨਹੀਂ ਹੈ ਆਪਦੇ ਹਿਰਦੇ ਅੰਦਰ ਪਰਮੇਸ਼ਰ ਨੂੰ ਸਖਿਆਤ ਕਰਨ ਦੇ ਬਰਾਬਰ। ਇਹ ਸੱਚੇ ਪਾਤਸ਼ਾਹ ਜੀ ਜਿਹੜਾ ਕੋਈ ਪਦਵੀ ਨਹੀਂ, ਕੋਈ ਅਹੁਦਾ ਨਹੀਂ ਹੈ। ਸਤਿ ਆਨੰਦ ਅਨਾਦਿ ਆਹੇ। ਤੇ ਉਹ ਪਰਮੇਸ਼ਰ ਸਤ ਨਾਸ਼ ਤੋਂ ਰਹਿਤ ਹੈ, ਆਨੰਦ ਸਰੂਪ ਹੈ, ਅਣ ਨਹੀਂ ਹੈ, ਜਿਹਦਾ ਕੋਈ ਆਦ ਕਦੋਂ ਦਾ ਹੈ ਕੋਈ ਨਹੀਂ ਜਾਣਦਾ ਹੈ। ਬ੍ਰਹਮ ਸਰੂਪ ਹਿਰਦੈ ਵਿਦਤਾਵਾ। ਮਹਾਰਾਜ ਉਹ ਬ੍ਰਹਮ ਨੂੰ ਜਾਂ ਆਤਮਾ ਨੂੰ ਸੱਚੇ ਪਾਤਸ਼ਾਹ ਜੀ ਮੇਰੇ ਹਿਰਦੇ ਅੰਦਰ ਪ੍ਰਗਟ ਕਰ ਦਿਓ। ਮੈਂ ਵੇਖਣਾ ਚਾਹਣਾ ਮੇਰਾ ਸੁੱਧ ਸਰੂਪ ਕੀ ਹੈ, ਮੈਂ ਆਪਣਾ ਵਾਸਤਵ ਸਰੂਪ ਜਾਣਨਾ ਚਾਹੁੰਦਾ ਹਾਂ। ਮੁਰ ਗੁਰ ਕੇ ਬਰ ਤੁਮ ਸਫਲਾਵਾ। ਕਿਉਂਕਿ ਮੇਰੇ ਗੁਰੂ ਨੇ ਵਰ ਕੀਤੇ ਸੀ ਵੀ ਇਹ ਬ੍ਰਹਮ ਗਿਆਨ ਦੀ ਦਾਤ ਤੈਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਲਯੁਗ ਵਿੱਚ ਦੇਣਗੇ, ਲੱਖਾਂ ਸਾਲ ਬੀਤਣ ਤੋਂ ਬਾਅਦ। ਮਹਾਰਾਜ ਕਿਰਪਾ ਕਰੋ ਮੇਰੇ ਗੁਰੂ ਦੇ ਬਚਨ ਜਿਹੜੇ ਅੱਜ ਪੂਰੇ ਕਰ ਦੇਵੋ ਜੀ। ਦੀਰਘ ਮਹਿਦ ਬੈਸ ਜਿਸ ਤਨ ਕੀ। ਕਿਉਂਕਿ ਛੋਟੀ ਦੀਰਘ ਕਹੀਏ ਲੰਮੀ,
ਬਹੁਤ ਵੱਡੀ ਉਮਰ ਹੋ ਚੁੱਕੀ ਜਿਸ ਸਰੀਰ ਦੀ। ਜਤਨ ਸਾਥ ਰੋਕੀ ਗਤ ਮਨ ਕੀ। ਮਹਾਰਾਜ ਬਹੁਤ ਯਤਨਾਂ ਦੇ ਨਾਲ ਮੈਂ ਮਨ ਦੀ ਜਿਹੜੀ ਵਾ ਗਤੀ ਰੋਕੀ ਹੋਈ, ਮਨ ਟਿਕਦਾ ਨਹੀਂ। ਪਰ ਮਹਾਰਾਜ ਲੱਖਾਂ ਵਰੇ ਹੋ ਗਏ, ਬਹੁਤ ਜ਼ੋਰ ਲਾ ਲਾ ਕੇ ਮੈਂ ਮਨ ਟਿਕਾ ਕੇ ਰੱਖਿਆ ਹੈ। ਸ਼੍ਰੀ ਅਰਜਨ ਕੋ ਪਾਏ ਬਹਾਨਾ। ਤੋ ਕਵੀ ਜੀ ਕਹਿੰਦੇ ਬਸ ਇਹ ਜਿਹੜਾ ਜੋਗੀ ਆ ਨਾ ਸੰਤੋਖਸਰ ਸਾਹਿਬ ਦੇ ਸਰੋਵਰ ਚੋਂ ਮੱਠ ਚੋਂ ਨਿਕਲਿਆ ਹੈ, ਉਹ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਤਾਂ ਕੇਵਲ ਇੱਕ ਬਹਾਨਾ ਬਣ ਰਿਹਾ ਹੈ। ਚਾਹਤ ਚਿਤ ਅਤਿਸ਼ੈ ਕਲਿਆਣਾ। ਜਾਂ ਕੋ ਗੁਰੂ ਅਰਜਨ ਦੇਵ ਮਹਾਰਾਜ ਦੇ ਰਾਹੀਂ ਸਤਿਗੁਰਾਂ ਦੇ ਜਰੀਏ ਉਹ ਇੱਛਾ ਰੱਖਦਾ ਮਨ ਵਿੱਚ ਵੀ ਮੈਨੂੰ ਕਲਿਆਣ ਮਿਲੇ, ਉਹ ਮੁਕਤੀ ਲੋਚਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਰਾਹੀਂ। ਸਭ ਹਿਨ ਮਹਿ ਜੋਗੀ ਅਸ ਕਹੇ। ਤੋ ਇਸ ਤਰ੍ਹਾਂ ਦੇ ਬਚਨ ਸਾਰੀ ਸੰਗਤ ਜਿਹੜੀ ਸੰਤੋਖਸਰ ਸਾਹਿਬ ਦਾ ਸਰੋਵਰ ਪੁੱਟ ਰਹੀ ਸੀ, ਨਿਕਲੇ ਹੋਏ ਜੋਗੀ ਨੇ ਸਭ ਸੰਗਤ ਨੂੰ ਇਹ ਬਚਨ ਆਖੇ ਹੈ। ਦੇਖਤ ਨਰ ਗਨ ਬਿਸਮੈ ਰਹੇ। ਤੇ ਵੇਖ ਕੇ ਸਾਰੀਆਂ ਸੰਗਤਾਂ ਹੈਰਾਨ ਹੈ ਵੀ ਇਹ ਤਾਂ ਆਂਦਾ ਪਿਆ ਵੀ ਮੈਂ ਸਤਜੁਗ ਦਾ ਬੈਠਾ ਹੋਇਆ, ਵੀ ਲੱਖਾਂ ਵਰੇ ਜਿਉਂਦਾ ਰਿਹਾ ਜੋਗੀ। ਫਿਰ ਸਤਜੁਗ ਦੇ ਸਮੇਂ ਵਿੱਚ ਸਰੀਰਾਂ ਦੇ ਆਕਾਰ ਸਾਧ ਸੰਗਤ ਜੀ ਬਹੁਤ ਵੱਡੇ ਸਨ, ਤੋ ਲੱਖ ਵਰਿਆਂ ਦੀ ਆਰਜਾ ਭਾਈ ਗੁਰਦਾਸ ਜੀਆਂ ਵੀ ਜ਼ਿਕਰ ਕੀਤਾ। ਤੋ ਇਸ ਜੋਗੀ ਦਾ ਸਰੀਰ ਬਹੁਤ ਕਹਿੰਦੇ ਵੱਡਾ ਸੀਗਾ। ਸਭ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਆ ਵੀ ਇੰਨੇ ਭਾਰੀ ਆਕਾਰ ਸਡੋਲ ਸਰੀਰ ਦਾ ਜੋਗੀ ਤੇ ਇੱਕ ਮੱਟ ਵਿੱਚੋਂ ਜਿਉਂਦਾ ਨਿਕਲ ਆਇਆ, ਤੇ ਗੱਲਾਂ ਇਉਂ ਕਰਦਾ ਵੀ ਜਿਵੇਂ ਹੁਣੇ ਬੈਠਾ ਹੁੰਦਾ ਕਿ ਮਹਾਰਾਜ ਮੈਨੂੰ ਸੱਚੇ ਪਾਤਸ਼ਾਹ ਜੀ ਮੁਕਤੀ ਬਖਸ਼ੋ, ਮੈਂ ਸਤਜੁਗ ਦਾ ਮੁਕਤੀ ਲੈਣ ਦੀ ਇੱਛਾ ਰੱਖਦਾ, ਪਰ ਮੇਰਾ ਕੋਈ ਕਰਮ ਹੈ ਜਿਹੜਾ ਜਿਹਦੇ ਵਿੱਚ ਮੈਨੂੰ ਮੁਕਤੀ ਲੈਣ ਵਿੱਚ ਔਂਕੜ ਪ੍ਰਾਪਤ ਹੋਈ। ਤੇ ਹੁਣ ਸੱਚੇ ਪਾਤਸ਼ਾਹ ਜੀ ਤੁਸੀਂ ਪਰਮੇਸ਼ਰ ਸਰੂਪ ਹੋ, ਸਭ ਜਿਹੜੇ ਗਰੀਬ ਨਵਾਜ ਆਪ ਦਾਤਾਂ ਦੇ ਦਾਤੇ ਹੋ, ਇਹ ਮੇਰੀ ਫਰਿਆਦ ਸੁਣ ਕੇ ਮੇਰੀ ਕਲਿਆਣ ਕਰੋ। ਤੋ ਸੰਗਤਾਂ ਵੇਖ ਵੇਖ ਹੈਰਾਨ ਹੋਈਆਂ। ਇਹ ਜੋਗੀ ਮੱਠ ਵਿੱਚੋਂ ਜਿਵੇਂ ਨਿਕਲਿਆ ਪ੍ਰਸੰਗ ਆਪਾਂ ਸਰਵਣ ਕੀਤਾ। ਅੱਗੇ ਫਿਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇਸ ਜੋਗੀ ਨੂੰ ਜਿਹੜਾ ਹੈ ਉਹ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕੀਤੀ, ਔਰ ਇਸ ਦੀ ਫਿਰ ਸਾਧ ਸੰਗਤ ਜੀ ਕਲਿਆਣ ਗੁਰੂ ਗਰੀਬ ਨਵਾਜ ਜੀਆਂ ਕਰਵਾਈ। ਤੋ ਮਹਾਰਾਜ ਜੀਆਂ ਨੇ ਉਹ ਜਿਵੇਂ ਇਹਨੂੰ ਉਪਦੇਸ਼ ਦਿੱਤਾ, ਇਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ। ਉਹ ਸਾਰਾ ਪ੍ਰਸੰਗ ਅੱਗੇ ਦੀਵਾਨ ਵਿੱਚ ਆਵੇਗਾ। ਹਾਜ਼ਰੀ ਭਰ ਕਰਕੇ ਸ਼ਰਵਣ ਕਰੋ, ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼੍ਰੀ ਅਰਜਨ ਕੋ ਪਾਏ ਬਹਾਨਾ। ਚਾਹਤ ਚੇਤੋ ਅਤਿਸ਼ੈ ਕਲਿਆਣਾ। ਸਭ ਹਿਨ ਮਹਿ ਜੋਗੀ ਆਸ ਕਹੇ। ਦੇਖਤ ਨਰ ਗਨ ਬਿਸਮੈ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾ ਹਿਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।